ਡਾਕਟਰ ਬਲਦੇਵ ਸਿੰਘ ਬੱਦਨ ਦੁਆਰਾ ਵਲਾਦੀਮੀਰ ਨਾਬੋਕੋਵ ਦਾ ਅਨੁਵਾਦਿਤ ਨਾਵਲ ਹੈ ਲੋਲਿਪਤਾ। ਚੌਥਾ ਅੰਗ। ਜੇਲ੍ਹ ਦੀ ਇਸ ਕੋਠੜੀ ਦੇ ਹਨੇਰੇ 'ਚ ਬੈਠਾ ਬੈਠਾ ਜਦੋਂ ਇਹ ਸੋਚਣ ਦੀ ਕੋਸ਼ਿਸ਼ ਕਰਦਾ ਕਿ ਮੈਂ ਵਿਆਹ ਕਿਉਂ ਕੀਤਾ ਤਾਂ ਕਈ ਗੱਲਾਂ ਇੱਕੋ ਵੇਲੇ ਸਾਹਮਣੇ ਆਉਣ ਲੱਗਦੀਆਂ। ਹੋ ਸਕਦਾ ਹੈ ਕਿਸੇ ਹੱਦ ਤੱਕ ਮੋਨੀ ਨੂੰ ਮਿਲਣ ਤੋਂ ਬਾਅਦ ਦਾ ਇਹ ਅਹਿਸਾਸ ਕਿ ਹੁਣ ਸਿਰਫ ਵੇਸਵਾਵਾਂ ਦੀ ਦਇਆ 'ਤੇ ਜ਼ਿੰਦਾ ਰਹਿਣਾ ਮੁਸ਼ਕਿਲ ਹੈ ਮੈਨੂੰ ਚਰਚ ਤੱਕ ਲੈ ਗਿਆ ਹੋਵੇ, ਪਰ ਇਸ ਤੋਂ ਵੀ ਕਿਤੇ ਜ਼ਿਆਦਾ ਤੇਜ਼ ਇਹ ਖਾਹਿਸ਼ ਸੀ ਕਿ ਉਮਰ ਢਲਣ ਤੋਂ ਪਹਿਲਾਂ ਵਕਤ ਰਹਿੰਦਿਆਂ ਇੱਕ ਗ੍ਰਸਤੀ ਵੀ ਵਸਾ ਕੇ ਵੇਖ ਲਿਆ ਜਾਏ। ਕੀ ਪਤਾ ਸਜੇ ਸਜਾਏ ਘਰ 'ਚ ਰਹਿਣ, ਠੀਕ ਸਮੇਂ 'ਤੇ ਖਾਣਾ ਖਾਣ ਅਤੇ ਅਜਨਬੀ ਔਰਤਾਂ ਦੇ ਬਿਸਤਰੇ 'ਤੇ ਬੈਠ ਕੇ ਪੈਸੇ ਦਾ ਹਿਸਾਬ ਕਰਦੇ ਹੋਏ ਛਟਪਟਾਉਣ ਦੀ ਬਜਾਏ ਕਿਤੇ ਸਭ ਕੁਝ ਅਰਪਣ ਕਰਨ ਵਾਲੀ ਦੀਆਂ ਬਾਹਾਂ 'ਚ ਢਿੱਲੇ ਹੋਣ ਨਾਲ ਜ਼ਿੰਦਗੀ ਦਾ ਰੁੱਖ ਬਦਲ ਹੀ ਜਾਏ। ਸ਼ਾਇਦ ਕਿਤੇ ਇਹ ਉਮੀਦ ਵੀ ਸੀ ਕਿ ਵਿਆਹ ਹੋ ਜਾਣ ਨਾਲ ਇਹ ਗਲਤ ਸੈਕਸ ਉਤੇਜਨਾ ਦਾ ਛੋਟੀਆਂ-ਛੋਟੀਆਂ ਕੁੜੀਆਂ ਦੇ ਇਰਦ ਗਿਰਦ ਘੁੰਮਦਾ ਹੋਇਆ ਚੱਕਰ ਬੰਦ ਹੋ ਜਾਏਗਾ। ਪਿਤਾ ਦੀ ਮੌਤ ਹੋ ਚੁੱਕੀ ਸੀ ਤੇ ਹੋਟਲ ਵਿਕ ਗਿਆ ਸੀ। ਰੁਪਏ ਪੈਸੇ ਦੇ ਲਿਹਾਜ਼ ਤੋਂ ਜੇਕਰ ਮੈਂ ਬਹੁਤ ਅਮੀਰ ਨਹੀਂ ਸੀ ਤਾਂ ਬਹੁਤ ਗਰੀਬ ਵੀ ਨਹੀਂ ਸੀ। ਕਈ ਕੁੜੀਆਂ ਲੱਭਣ ਤੇ ਪਰਖਣ ਦੇ ਬਾਅਦ ਪੋਲਿਸ਼ ਡਾਕਟਰ ਦੀ ਲੜਕੀ ਮੇਰੀਆਂ ਨਜ਼ਰਾਂ 'ਚ ਚੁਭੀ। ਇਸ ਡਾਕਟਰ ਦੇ ਕੋਲ ਮੈਂ ਆਪਣੀਆਂ ਮਨੋਵਿਗਿਆਨਕ ਉਲਝਣਾਂ ਸੁਲਝਾਉਣ ਜਾਂਦਾ ਹੁੰਦਾ ਸੀ। ਹੌਲੀ-ਹੌਲੀ ਅਸੀਂ ਦੋਵੇਂ ਡਾਕਟਰ ਤੇ ਮਰੀਜ਼ ਨਾ ਰਹਿ ਕੇ ਦੋਸਤ ਬਣ ਗਏ। ਖਾਲੀ ਸ਼ਾਮਾਂ 'ਚ ਮੈਂ ਡਾਕਟਰ ਦੇ ਕੋਲ ਚਲਾ ਜਾਂਦਾ। ਅਸੀਂ ਦੋਵੇਂ ਸ਼ਤਰੰਜ ਖੇਡਦੇ। ਸ਼ਤਰੰਜ ਦੀਆਂ ਇਹਨਾਂ ਬਾਜ਼ੀਆਂ ਦੇ ਦੌਰਾਨ ਡਾਕਟਰ ਦੀ ਲੜਕੀ ਕਦੀ ਸਾਹਮਣੇ ਬੈਠੀ ਹੋਈ ਕੁਝ ਪੜ੍ਹਦੀ ਰਹਿੰਦੀ, ਕਦੀ ਚਾਹ ਦੇਣ ਕਮਰੇ ਤੋਂ ਰਸੋਈ ਤੱਕ ਤੇ ਰਸੋਈ ਤੋਂ ਡਰਾਇੰਗ ਰੂਮ ਤੱਕ ਆਉਂਦੀ ਜਾਂਦੀ ਰਹਿੰਦੀ, ਤੇ ਕਦੀ ਜਦੋਂ ਕੋਈ ਕੰਮ ਨਾ ਹੁੰਦਾ ਤਾਂ ਪਿਤਾ ਦੇ ਪਿੱਛੇ ਖੜੀ ਸ਼ਤਰੰਜ ਦੀਆਂ ਚਾਲਾਂ ਸੁਲਝਾਉਣ 'ਚ ਲੱਗੀ ਰਹਿੰਦੀ। ਇੰਨੀਆਂ ਔਰਤਾਂ ਦੇ ਸੰਪਰਕ 'ਚ ਆਉਣ ਤੋਂ ਬਾਅਦ ਮੈਂ ਆਤਮ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਮੇਰੇ ਅੰਦਰ ਆਮ ਮਰਦਾਂ ਤੋਂ ਵੱਖ ਕਿਤੇ ਨਾ ਕਿਤੇ ਕੋਈ ਖਾਸ ਗੱਲ ਜ਼ਰੂਰ ਹੈ। 40 ਪੱਤਝੜ ਦੇਖ ਲੈਣ ਤੋਂ ਬਾਅਦ ਕੋਈ ਵੀ ਆਦਮੀ ਜਵਾਨ ਨਹੀਂ ਰਹਿ ਸਕਦਾ, ਪਰ ਮੈਂ ਜਾਣਦਾ ਕਿ ਅੱਜ ਵੀ ਮੇਰੇ ਰੇਸ਼ਮੀ ਵਾਲਾਂ, ਚੌੜੀ ਛਾਤੀ, ਖੁਰਦਰੇ ਚਿਹਰੇ 'ਚ ਉਹ ਖਿੱਚ ਹੈ ਕਿ ਕੋਰਟ ਰੂਮ 'ਚ ਮੁਕੱਦਮਾ ਸੁਣਨ ਲਈ ਆਈਆਂ ਹੋਈਆਂ ਔਰਤਾਂ ਦੀਆਂ ਅੱਖਾਂ 'ਚ ਮੇਰੇ ਲਈ ਝਲਕਦੀ ਹੋਈ ਹਮਦਰਦੀ ਸਾਫ਼-ਸਾਫ਼ ਪੜ੍ਹੀ ਜਾ ਸਕਦੀ ਹੈ। ਇਹ ਉਹੀ ਔਰਤਾਂ ਹਨ ਜੋ ਸ਼ਾਇਦ ਆਪਣੀਆਂ ਧੀਆਂ ਨੂੰ ਚਰਿੱਤਰਹੀਣ ਬਣਾਉਣ ਦੇ ਜੁਰਮ 'ਚ ਮੈਨੂੰ ਸਮਾਜ ਤੋਂ ਬਾਹਰ ਕੱਢਣਾ ਚਾਹੁਣਗੀਆਂ, ਪਰ ਜੇਕਰ ਕਿਤੇ ਇਕੱਲੇ 'ਚ ਮੈਨੂੰ ਮਿਲ ਜਾਣ ਤਾਂ ਮੇਰੀ ਗੋਦੀ 'ਚ ਬੈਠਦੇ ਹੋਏ ਹਿਚਕਚਾਉਣਗੀਆਂ ਵੀ ਨਹੀਂ। ਮੈਂ ਇਹਨਾਂ ਔਰਤਾਂ ਨੂੰ ਚੰਗੀ ਤਰ੍ਹਾਂ ਜਾਣਦਾ ਤੇ ਜਾਣਦਾ ਕਿ ਉਨੀ ਦਿਨੀ ਜੇਕਰ ਚਾਹੁੰਦਾ ਤਾਂ ਕੋਈ ਵੀ ਗੁਦਗੁਦੇ ਬਦਨ ਵਾਲੀ ਕਾਮੁਕ ਲੜਕੀ ਖੁਸ਼ੀ-ਖੁਸ਼ੀ ਮੇਰੀ ਪਤਨੀ ਬਣਨ ਲਈ ਤਿਆਰ ਹੋ ਸਕਦੀ ਸੀ। ਪਰ ਮੈਨੂੰ ਡਾਕਟਰ ਦੀ ਕੁੜੀ ਵੈਲੇਰੀਆ ਨੇ ਖਿੱਚਿਆ ਤੇ ਮੈਂ ਸਮਝੌਤੇ ਦੇ ਲਈ ਰਾਜ਼ੀ ਹੋ ਗਿਆ। ਵੈਲੇਰੀਆ ਦੀ ਉਮਰ 20 ਦੇ ਨੇੜੇ-ਤੇੜੇ ਹੋਏਗੀ। ਉਹ ਸੋਹਣੀ ਤਾਂ ਨਹੀਂ ਸੀ, ਪਰ ਉਹਦੇ ਚੰਗੇ ਵਤੀਰੇ ਦੇ ਥੱਲੇ ਕਿਤੇ ਕੋਈ ਬੱਚਿਆਂ ਵਰਗੀ ਅਲੜਤਾ ਥਰ-ਥਰ ਆਉਂਦੀ ਰਹਿੰਦੀ ਸੀ। ਸ਼ਾਇਦ ਉਹਦੀ ਇਸੇ ਅਲੜਤਾ ਤੇ ਨਕਲੀ ਬਚਕਾਨੇਪਨ ਨੇ ਮੈਨੂੰ ਆਪਣੇ ਵੱਲ ਖਿੱਚਿਆ। ਵਿਆਹ ਦੇ ਰੀਤੀ ਰਿਵਾਜ਼ ਪੂਰੀ ਕਰਨ ਤੋਂ ਬਾਅਦ ਅਸੀਂ ਨਵੇਂ ਅਪਾਰਟਮੈਂਟ 'ਚ ਚਲੇ ਆਏ, ਜਿਹਨੂੰ ਮੈਂ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਕਿਰਾਏ 'ਤੇ ਲਿਆ ਸੀ। ਮੇਰਾ ਖਿਆਲ ਸੀ ਵੈਲੇਰੀਆ ਜਿੱਥੇ ਇੱਕ ਪਾਸੇ ਪਤਨੀ ਦੇ ਰੂਪ 'ਚ ਮੇਰੀ ਸ਼ਖਸੀਅਤ ਨੂੰ ਸੰਤੁਲਿਤ ਕਰਨ 'ਚ ਸਹਾਇਕ ਹੋਏਗੀ, ਉੱਥੇ ਦੂਜੇ ਪਾਸੇ ਉਹਦਾ ਬਚਪਨ ਮੇਰੇ ਅੰਦਰ ਬਾਰ-ਬਾਰ ਜ਼ੋਰ ਮਾਰਦੀਆਂ ਗਲਤ ਪ੍ਰਵਿਰਤੀਆਂ ਨੂੰ ਗ੍ਰਸਤ ਦੇ ਸੁੱਖ 'ਚ ਡੁਬੋ ਦੇਵੇਗਾ। ਉਂਝ ਮੇਰੀ ਹਾਲਤ ਇਹ ਸੀ ਕਿ ਮੈਂ ਸੁਹਾਗ ਰਾਤ ਸ਼ੁਰੂ ਕਰਨ ਵੈਲੇਰੀਆ ਨੂੰ ਦੁਲਹਨ ਦੀ ਪੁਸ਼ਾਕ ਲਾ ਕੇ ਇੱਕ ਛੋਟੀ ਜਿਹੀ ਨਾਈਟ ਸ਼ਰਟ ਪਹਿਨਾਈ ਸੀ। ਇਹ ਨਾਈਟ ਸ਼ਰਟ ਮੈਂ 4 ਸਾਲ ਪਹਿਲਾਂ ਕੁੜੀਆਂ ਦੇ ਅਨਾਥ ਘਰ ਤੋਂ ਚੁਰਾਈ ਸੀ ਤੇ ਸ਼ਾਇਦ ਇਸੇ ਦਿਨ ਦੇ ਲਈ ਸੰਭਾਲ ਕੇ ਰੱਖੀ ਸੀ। ਪਰ ਸੁਹਾਗ ਰਾਤ ਖਤਮ ਹੋਣ ਤੋਂ ਪਹਿਲਾਂ ਸਪਸ਼ਟ ਹੋ ਗਿਆ ਕਿ ਮੈਂ ਇੱਕ ਚੱਕਰ 'ਚੋਂ ਛੁੱਟਣ ਦੀ ਕੋਸ਼ਿਸ਼ ਵਿੱਚ ਦੂਜੇ ਚੱਕਰ 'ਚ ਫਸ ਗਿਆ। ਆਪਣੇ ਸਰੀਰ ਦੀ ਪੋਰ-ਪੋਰ 'ਚ ਦਹਿਕਦੀ ਅੰਨਾਂ ਦੀ ਪਰਛਾਈ ਲੱਭਦਾ ਹੋਇਆ ਮੈਂ ਇੱਕ ਬੇਢੰਗੀ ਤੇ ਅੱਛੀ ਖਾਸੀ ਮੋਟੀ ਤਾਜੀ ਬੇਵਕੂਫ ਗ੍ਰਸਤਨ ਦੇ ਜਾਲ 'ਚ ਫਸ ਗਿਆ। 1935 ਤੋਂ 1939 ਤੱਕ 4 ਸਾਲ ਇਹੋ ਹੀ ਜੂਆ ਮੇਰੀ ਧੌਣ 'ਤੇ ਰੱਖਿਆ ਰਿਹਾ। ਵੈਲੇਰੀਆ ਦੇ ਨਾਲ ਬਸ ਇੱਕ ਸਹੂਲਤ ਸੀ ਕਿ ਉਹ ਜ਼ਿਆਦਾ ਬਕ-ਬਕ ਨਹੀਂ ਕਰਦੀ ਸੀ। ਉਹ ਚੁੱਪ-ਚਾਪ ਆਪਣੇ ਕੰਮ 'ਚ ਲੱਗੀ ਘਰ ਨੂੰ ਜ਼ਿਆਦਾ ਤੋਂ ਜ਼ਿਆਦਾ ਆਰਾਮਦੇਹ ਬਣਾਉਣ 'ਚ ਲੱਗੀ ਰਹਿੰਦੀ ਸੀ। ਲਾਇਬ੍ਰੇਰੀ ਤੋਂ ਮੁੜਨ ਮਗਰੋਂ ਅਸੀਂ ਦੋਵੇਂ ਅਕਸਰ ਸਿਨੇਮਾ, ਮੈਚ ਜਾਂ ਥੀਏਟਰ ਦੇਖਣ ਚਲੇ ਜਾਂਦੇ। ਜਿਸ ਦਿਨ ਬਾਹਰ ਨਾ ਜਾਂਦੇ ਉਸ ਦਿਨ ਮੈਂ ਘਰ ਹੀ ਬੈਠਾ ਕੁਝ ਲਿਖਦਾ ਪੜ੍ਹਦਾ ਰਹਿੰਦਾ ਤੇ ਉਹ ਫੈਸ਼ਨ ਮੈਗਜ਼ੀਨਾਂ ਦੇ ਪੰਨੇ ਪਲਟਦੀ ਰਹਿੰਦੀ। ਮੇਰੇ ਮਨੋਰੰਜਨ ਦੇ ਲਈ ਸਾਡੇ ਸਾਹਮਣੇ ਵਾਲੇ ਮਕਾਨ 'ਚ ਰਹਿਣ ਵਾਲੇ ਦੁਕਾਨਦਾਰ ਤੇ ਉਹਨਾਂ ਦੀ 12-13 ਸਾਲ ਦੀ ਕੁੜੀ ਹੀ ਬਾਕੀ ਬਚੇ ਸਨ। ਉਹ ਕਦੀ-ਕਦੀ ਸ਼ਾਮ ਨੂੰ ਖਿੜਕੀ 'ਤੇ ਜਾਂ ਸਵੇਰੇ ਸਕੂਲ ਜਾਂਦੀ ਹੋਈ ਦਿਸ ਜਾਂਦੀ। ਸੱਚ ਪੁੱਛੋ ਤਾਂ ਮੇਰੀ ਸਾਰੀ ਉਤੇਜਨਾ ਦਾ ਸਰੋਤ ਉਹੀ ਕੁੜੀ ਸੀ।
ਜਿਸ ਦਿਨ ਘਰ ਆਉਂਦੇ ਸਮੇਂ ਮੈਨੂੰ ਉਹ ਸ਼ਾਮ ਨੂੰ ਬਾਲਕਨੀ 'ਤੇ ਖੜ੍ਹੀ ਹੋਈ ਜਾਂ ਗਲੀ ਪਾਰ ਕਰਦੀ ਮਿਲ ਜਾਂਦੀ, ਮੈਂ ਸ਼ਾਮ ਦਾ ਸਾਰਾ ਪ੍ਰੋਗਰਾਮ ਕੈਂਸਲ ਕਰਕੇ ਚੁੱਪਚਾਪ ਮੇਜ਼ 'ਤੇ ਕੰਮ ਕਰਦਾ ਹੋਇਆ ਉਹਨੂੰ ਬਾਲਕਨੀ 'ਤੇ ਖੜ੍ਹਾ ਜਾਂ ਵਾਪਸ ਮੁੜਦੇ ਹੋਏ ਦੇਖਣ ਦੀ ਤਾਕ ਝਾਕ 'ਚ ਲੱਗਾ ਰਹਿੰਦਾ। ਜਿਸ ਰਾਤ ਉਹ ਮੇਰੇ ਪਸੰਦ ਦੇ ਰੰਗ ਦੀ ਫਰਾਕ ਪਾਉਂਦੀ, ਮੈਂ ਵੈਲੇਰੀਆ ਨੂੰ ਬਿਸਤਰੇ 'ਚ ਝੰਜੋੜ ਦਿੰਦਾ। 1939 'ਚ ਗਰਮੀਆਂ ਵਿੱਚ ਲੜਾਈ ਸ਼ੁਰੂ ਹੋਣ ਤੋਂ ਪਹਿਲਾਂ ਮੈਨੂੰ ਅਮਰੀਕਾ ਤੋਂ ਇੱਕ ਵਕੀਲ ਦਾ ਲੰਮਾ ਖੱਤ ਮਿਲਿਆ। ਖੱਤ ਦੇ ਮੁਤਾਬਿਕ ਮੇਰੇ ਇੱਕ ਚਾਚਾ ਜੀ ਆਪਣੀ ਸਾਰੀ ਜਾਇਦਾਦ ਇਸ ਸ਼ਰਤ 'ਤੇ ਮੇਰੇ ਨਾਂ ਕਰ ਗਏ ਸੀ ਕਿ ਉਹਨਾਂ ਦੇ ਬਾਅਦ ਮੈਂ ਉਹਨਾਂ ਦੇ ਬਿਜ਼ਨਸ ਦੀ ਦੇਖਭਾਲ ਕਰਾਂ। ਐਦਾਂ ਛੱਪਰ ਫਾੜ ਕੇ ਧਨ ਮਿਲਣ ਨਾਲ ਭਲਾ ਕੌਣ ਖੁਸ਼ ਨਹੀਂ ਹੋਏਗਾ। ਮੈਨੂੰ ਵੀ ਹਲਕੀ ਜਿਹੀ ਖੁਸ਼ੀ ਹੋਈ, ਪਰ ਮੈਂ ਇਹ ਖਬਰ ਸੁਣ ਕੇ ਸਿਰਫ ਮਾਲਾਮਾਲ ਹੋ ਜਾਣ ਦੀ ਵਜ੍ਹਾ ਤੋਂ ਖੁਸ਼ ਨਹੀਂ ਸੀ। ਦਰਅਸਲ ਪਿਛਲੇ ਕਈ ਮਹੀਨਿਆਂ ਤੋਂ ਮੇਰੇ ਅੰਦਰ ਇਹ ਅਹਿਸਾਸ ਤਿੱਖਾ ਹੁੰਦਾ ਜਾ ਰਿਹਾ ਸੀ ਕਿ ਵਿਆਹ ਨਾਲ ਮੇਰੀ ਜ਼ਿੰਦਗੀ 'ਚ ਉਹ ਤਬਦੀਲੀ ਨਹੀਂ ਆਈ ਜਿਹੜੀ ਮੈਂ ਲਿਆਉਣੀ ਚਾਹੁੰਦਾ ਸੀ। ਇਸ ਲਈ ਜਿੰਨਾ ਸੋਚਦਾ ਮੈਨੂੰ ਲੱਗਦਾ ਕਿ ਹੁਣ ਜ਼ਿੰਦਗੀ ਨੂੰ ਕਿਸੇ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਦਿਨੋਂ ਦਿਨ ਜ਼ਰੂਰੀ ਹੁੰਦਾ ਜਾ ਰਿਹਾ ਹੈ। 5 ਸਾਲ ਤੱਕ ਗ੍ਰਸਥ ਜੀਵਨ ਬਿਤਾ ਲੈਣ ਤੋਂ ਬਾਅਦ ਮੇਰੇ ਤੇ ਵੈਲੇਰੀਆ ਦੇ ਵਿੱਚ ਸਬੰਧਾਂ ਦੇ ਸਾਰੇ ਬੰਧਨ ਟੁੱਟ ਗਏ ਸਨ। ਸੁਭਾਵਿਕ ਤੌਰ 'ਤੇ ਉਹ ਬੜੀ ਚੁੱਪ ਰਹਿਣ ਵਾਲੀ ਔਰਤ ਸੀ, ਪਰ ਹੁਣ ਜੇਕਰ ਕਦੀ ਮੈਂ ਕੁਝ ਕਹਿੰਦਾ ਤਾਂ ਮੋੜਵਾਂ ਜਵਾਬ ਦਿੰਦੀ ਜਾਂ ਫਿਰ ਝੁੰਝਲਾ ਕੇ ਪੈਰ ਪਟਕਦੀ ਹੋਈ ਰਸੋਈ 'ਚ ਜਾ ਕੇ ਭਾਂਡਿਆਂ ਨੂੰ ਪਟਕਣ ਲੱਗਦੀ। ਜਦੋਂ ਮੈਂ ਵੈਲੇਰੀਆ ਨੂੰ ਦੱਸਿਆ ਕਿ ਅਸੀਂ ਛੇਤੀ ਨਿਊਯਾਰਕ ਜਾਵਾਂਗੇ ਤਾਂ ਖੁਸ਼ੀ ਜ਼ਾਹਰ ਕਰਨੀ ਤਾਂ ਦੂਰ, ਉਹਨੇ ਮੱਥੇ 'ਤੇ ਵਾਲ ਪਾ ਕੇ ਮੂੰਹ ਸੁਜਾ ਲਿਆ। ਮੇਰੇ 2-4 ਵਾਰ ਪੁੱਛਣ 'ਤੇ ਬੋਲੀ, ਮੇਰਾ ਪਾਸਪੋਰਟ ਠੀਕ ਨਹੀਂ ਹੈ। ਤਾਂ ਇਸ 'ਚ ਘਬਰਾਉਣ ਦੀ ਕੀ ਗੱਲ ਹੈ? ਮੈਂ ਕਿਹਾ ਅਸੀਂ ਜਾ ਕੇ ਪਾਸਪੋਰਟ ਆਫਿਸ ਤੋਂ ਪਤਾ ਕਰ ਲਾਂਗੇ ਵੀ ਜੇਕਰ ਕੋਈ ਦਿੱਕਤ ਹੋਈ ਤਾਂ ਵਕੀਲ ਨੂੰ ਮਿਲਾਂਗੇ। ਵੈਲੇਰੀਆ ਸੁਣ ਕੇ ਚੁੱਪ ਹੋ ਗਈ, ਪਰ ਖੁਸ਼ ਨਾ ਹੋ ਸਕੀ। ਪਰ ਮੈਂ ਅਮਰੀਕਾ ਜਾਣ ਦੀ ਕਲਪਨਾ ਤੋਂ ਇੰਨਾ ਖੁਸ਼ ਹੋ ਗਿਆ ਸੀ ਕਿ ਉਸ ਸ਼ਾਮ ਵੈਲੇਰੀਆ ਦੇ ਗੁੱਸੇ ਦੀ ਪਰਵਾਹ ਕੀਤੇ ਬਿਨਾਂ ਮੈਂ ਦੇਰ ਤੱਕ ਅਮਰੀਕਾ ਦੀ ਖੁਸ਼ਹਾਲੀ, ਅਮਰੀਕਾ ਦੀ ਸ਼ਾਨੋ ਸ਼ੌਕਤ ਤੇ ਭਾਂਤ-ਭਾਂਤ ਦੀਆਂ ਗੱਲਾਂ ਕਰਦਾ ਰਿਹਾ। ਅਗਲੇ 4 ਦਿਨ ਮੈਂ ਵੈਲੇਰੀਆ ਦਾ ਪਾਸਪੋਰਟ ਠੀਕ ਕਰਵਾਉਣ 'ਚ ਲਾ ਦਿੱਤੇ ਤੇ ਜਦੋਂ ਸਾਰੇ ਕਾਗਜ਼ ਸਹੀ ਕਰਵਾਉਣ ਦੇ ਬਾਅਦ ਅਸੀਂ ਪਾਸਪੋਰਟ ਆਫਿਸ 'ਚੋਂ ਨਿਕਲ ਰਹੇ ਸੀ ਤਾਂ ਮੈਨੂੰ ਲੱਗਾ ਕਿ ਵੈਲੇਰੀਆ ਕੁਝ ਕਹਿਣਾ ਚਾਹੁੰਦੀ ਹੈ, ਪਰ ਕਹਿੰਦਿਆਂ ਰੁਕ ਜਾਂਦੀ ਹੈ। ਪੌੜੀਆਂ ਉਤਰਦੇ ਸਮੇਂ ਆਪਣੀਆਂ ਅੱਖਾਂ 'ਚ ਲੋੜੀਂਦੀ ਹਮਦਰਦੀ ਲਿਆਉਂਦੇ ਹੋਏ ਮੈਂ ਉਹਨੂੰ ਪੁੱਛਿਆ, ਕੀ ਗੱਲ ਹੈ? ਜਵਾਬ 'ਚ ਵੈਲੇਰੀਆ ਨੇ ਕੁਝ ਨਹੀਂ ਕਿਹਾ, ਪਰ ਮੇਰੇ ਪਿੱਛੇ ਚੁੱਪਚਾਪ ਵਰਾਂਡਾ ਪਾਰ ਕਰਦੀ ਸੜਕ 'ਤੇ ਆ ਗਈ। ਤੂੰ ਸਾਫ਼-ਸਾਫ਼ ਕਿਉਂ ਨਹੀਂ ਕਹਿੰਦੀ? ਮੈਂ ਜ਼ੋਰ ਦੇ ਕੇ ਪੁੱਛਿਆ। ਅਸੀਂ ਸੜਕ ਦੇ ਕਿਨਾਰੇ ਖੜ੍ਹੇ ਸੀ। ਮੈਂ ਉਡੀਕ 'ਚ ਸੀ ਕਿ ਫਿਰ ਕੋਈ ਖਾਲੀ ਟੈਕਸੀ ਆਏ ਤਾਂ ਰੋਕਾਂ। ਉਦੋਂ ਹੀ ਵੈਲੇਰੀਆ ਬੋਲੀ, ਹੁਣ ਮੇਰਾ ਤੇ ਤੇਰਾ ਇਕੱਠੇ ਰਹਿਣਾ ਮੁਸ਼ਕਿਲ ਹੈ। ਮੈਨੂੰ ਹੈਰਾਨੀ ਹੋਈ। ਵੈਲੇਰੀਆ ਕਦੀ ਇੰਨੀ ਸਿੱਧੀ ਗੱਲ ਨਹੀਂ ਕਰਦੀ ਸੀ। ਉਹ ਅੱਵਲ ਤਾਂ ਬੋਲਦੀ ਨਹੀਂ ਸੀ ਤੇ ਜੇ ਬੋਲਦੀ ਵੀ ਸੀ ਤਾਂ ਬੜੀ ਗੋਲ-ਮੋੜ ਟੋਲ ਢੰਗ ਨਾਲ ਘੁਮਾ ਫਿਰਾ ਕੇ ਗੱਲਾਂ ਕਰਨ ਦੀ ਆਦੀ ਸੀ। ਕਿਉਂ? ਮੈਂ ਪੁੱਛਿਆ। ਮੈਂ ਕਿਸੇ ਹੋਰ ਆਦਮੀ ਨੂੰ ਪਿਆਰ ਕਰਦੀ ਹਾਂ। ਇਹ ਸ਼ਬਦ ਸੁਣ ਕੇ ਮੈਨੂੰ ਕੀ ਲੱਗਾ ਹੋਏਗਾ, ਇਹਦੀ ਕਲਪਨਾ ਤੁਸੀਂ ਆਪ ਹੀ ਕਰ ਸਕਦੇ ਹੋ। ਨਾ ਮਰਦ ਤੋਂ ਨਾਮਰਦ ਪਤੀ ਵੀ ਆਪਣੀ ਪਤਨੀ ਦੇ ਮੂੰਹੋਂ ਹੋਰ ਤਰ੍ਹਾਂ ਦੀਆਂ ਗੱਲਾਂ ਭਾਵੇਂ ਸੁਣ ਲਏ, ਪਰ ਇਹ ਸ਼ਬਦ ਸੁਣਨਾ ਕਦੀ ਵੀ ਕਬੂਲ ਨਹੀਂ ਕਰੇਗਾ। ਮੇਰੇ ਅੰਦਰ ਗੁੱਸੇ ਦੀ ਇੱਕ ਤੇਜ਼ ਲਹਿਰ ਨੇ ਇੱਕਦਮ ਫੰਡ ਚੁੱਕਿਆ। ਮੈਨੂੰ ਲੱਗਾ ਜੇਕਰ ਕੁਝ ਨਾ ਹੋਇਆ ਤਾਂ ਮੈਂ ਥੋੜ੍ਹੀ ਦੇਰ ਬਾਅਦ ਇਸ ਸੜਕ ਦੇ ਕਿਨਾਰੇ ਵੈਲੇਰੀਆ ਨੂੰ ਉੱਜੜ ਪੇਂਡੂਆਂ ਵਾਂਗ ਭਰੇ ਬਾਜ਼ਾਰ ਹੀ ਕੁਟੱਪਾ ਚਾੜ ਦਿਆਂਗਾ। ਪਰ ਉਸੇ ਵੇਲੇ ਧੀਮੀ ਰਫ਼ਤਾਰ ਨਾਲ ਦੌੜਦੀ ਹੋਈ ਇੱਕ ਟੈਕਸੀ ਸਾਡੇ ਵੱਲ ਆਉਂਦੀ ਦਿਸੀ। ਮੈਂ ਇਸ਼ਾਰਾ ਕਰਕੇ ਟੈਕਸੀ ਨੂੰ ਰੋਕਿਆ, ਝਟਕੇ ਨਾਲ ਦਰਵਾਜ਼ਾ ਖੋਲ੍ਹਿਆ, ਵੈਲੇਰੀਆ ਨੂੰ ਅੰਦਰ ਧੱਕ ਕੇ ਖੁਦ ਵੀ ਬੈਠ ਗਿਆ। ਟੈਕਸੀ ਦੌੜਨ ਲੱਗੀ। ਥੋੜ੍ਹੀ ਦੂਰ ਤੱਕ ਚੁੱਪ ਰਹਿਣ ਦੇ ਬਾਅਦ ਜਦੋਂ ਮੈਂ ਗੁੱਸੇ ਨੂੰ ਹੋਰ ਜ਼ਿਆਦਾ ਨਾ ਦਬਾ ਸਕਿਆ ਤਾਂ ਮੈਂ ਉੱਚੀ ਆਵਾਜ਼ 'ਚ ਵੈਲੇਰੀਆ ਤੋਂ ਉਹਦੇ ਪ੍ਰੇਮੀ ਦਾ ਨਾਂ ਪੁੱਛਿਆ। ਕੋਈ ਜਵਾਬ ਨਾ ਮਿਲਿਆ ਤਾਂ ਮੈਂ ਦੁਬਾਰਾ ਪੁੱਛਿਆ। ਇਸ ਵਾਰ ਵੈਲੇਰੀਆ ਨੇ ਮੇਰੇ ਸਵਾਲ ਦਾ ਜਵਾਬ ਦੇਣ ਦੀ ਬਜਾਏ ਸਾਡੇ ਗ੍ਰਸਤੀ ਜੀਵਨ, ਮੇਰੇ ਜ਼ੁਲਮਾਂ ਤੇ ਆਪਣੇ ਇਕੱਲੇਪਨ ਦਾ ਦੁੱਖੜਾ ਰੋਣਾ ਸ਼ੁਰੂ ਕਰ ਦਿੱਤਾ। ਮੈਂ ਥੋੜ੍ਹੀ ਦੇਰ ਤੱਕ ਤਾਂ ਉਹਦੀ ਬਕਵਾਸ ਇਸ ਉਮੀਦ ਨਾਲ ਸੁਣਦਾ ਰਿਹਾ ਕਿ ਉਹ ਸ਼ਾਇਦ ਘੁਮਾ ਫਿਰਾ ਕੇ ਆਪਣੇ ਪ੍ਰੇਮੀ ਦਾ ਨਾਂ ਦੱਸ ਦੇਵੇਗੀ, ਪਰ ਜਦੋਂ ਮੇਰੇ ਸਵਾਲ ਦਾ ਜਵਾਬ ਦਿੱਤੇ ਬਿਨਾਂ ਉਸੇ ਤਰ੍ਹਾਂ ਫਾਲਤੂ ਬੋਲਦੀ ਰਹੀ ਤੇ ਮੈਂ ਉਹਦਾ ਗੋਡਾ ਫੜ ਕੇ ਜ਼ੋਰ ਨਾਲ ਹਿਲਾਉਂਦੇ ਹੋਏ ਪੁੱਛਿਆ, ਤੂੰ ਉਹਦਾ ਨਾਂ ਕਿਉਂ ਨਹੀਂ ਦੱਸਦੀ? ਵੈਲੇਰੀਆ ਨੇ ਇੱਕ ਵਾਰ ਮੇਰੇ ਵੱਲ ਵੇਖਿਆ, ਜਿਵੇਂ ਉਹਨੂੰ ਯਕੀਨ ਨਾ ਹੋ ਰਿਹਾ ਹੋਵੇ ਕਿ ਮੈਨੂੰ ਇੰਨਾ ਤੇਜ਼ ਗੁੱਸਾ ਵੀ ਆ ਸਕਦਾ ਹੈ। ਫਿਰ ਆਪਣੇ ਹੈਂਡਬੈਗ 'ਚੋਂ ਘਰ ਦਾ ਧੋਤਾ ਹੋਇਆ ਰੁਮਾਲ ਕੱਢ ਕੇ ਉਸ ਨਾਲ ਨੱਕ ਪੂੰਝਦਿਆਂ ਹੋਇਆ ਆਪਣੀਆਂ ਮੋਟੀਆਂ ਉਂਗਲੀਆਂ ਨਾਲ ਟੈਕਸੀ ਡਰਾਈਵਰ ਵੱਲ ਇਸ਼ਾਰਾ ਕੀਤਾ। ਮੈਨੂੰ ਪਹਿਲਾਂ ਤਾਂ ਯਕੀਨ ਨਾ ਹੋਇਆ, ਪਰ ਫਿਰ ਜਦੋਂ ਉਸੇ ਵੇਲੇ ਟੈਕਸੀ ਡਰਾਈਵਰ ਨੇ ਗੱਡੀ ਨੂੰ ਇੱਕ ਛੋਟੇ ਜਿਹੇ ਰੈਸਟੋਰੈਂਟ ਦੇ ਅੱਗੇ ਰੋਕ ਕੇ ਸਾਨੂੰ ਦੋਵਾਂ ਨੂੰ ਐਦਾਂ ਥੱਲੇ ਉਤਰਨ ਲਈ ਕਿਹਾ ਜਿਵੇਂ ਉਹ ਕੋਈ ਅਜਨਬੀ ਟੈਕਸੀ ਡਰਾਈਵਰ ਨਾ ਹੋ ਕੇ ਸਾਡਾ ਖਾਨਦਾਨੀ ਦੋਸਤ ਹੋਵੇ, ਤਾਂ ਮੈਨੂੰ ਸਮਝਦਿਆਂ ਦੇਰ ਨਾ ਲੱਗੀ ਕਿ ਸਾਡਾ ਟੈਕਸੀ ਡਰਾਈਵਰ ਸੱਚਮੁੱਚ ਵੈਲੇਰੀਆ ਦਾ ਪ੍ਰੇਮੀ ਸੀ।
ਤੇ ਪਹਿਲਾਂ ਤੋਂ ਬਣਾਈ ਯੋਜਨਾ ਦੇ ਅਨੁਸਾਰ ਵਲੇਰੀਆ ਨੇ ਉਹਨੂੰ ਪਾਸਪੋਰਟ ਆਫਿਸ ਦੇ ਨੇੜੇ ਤੇੜੇ ਗੱਡੀ ਘੁਮਾਉਂਦੇ ਰਹਿਣ ਦਾ ਹੁਕਮ ਦਿੱਤਾ ਸੀ। ਸ਼ਾਇਦ ਵਲੇਰੀਆ ਨੂੰ ਡਰ ਸੀ ਕਿ ਮੈਂ ਕਿਤੇ ਕੋਈ ਬੇਹੂਦਾ ਹਰਕਤ ਨਾ ਕਰ ਬੈਠਾਂ। ਸ਼ਾਇਦ ਉਹ ਮੈਨੂੰ ਅਚਾਨਕ ਸਭ ਕੁਝ ਦੱਸ ਕੇ ਹੈਰਾਨ ਕਰਨਾ ਚਾਹੁੰਦੀ ਸੀ ਕਿ ਮੈਂ ਬਿਨਾਂ ਕਿਸੇ ਨਾਂਹ ਨੁੱਕਰ ਦੇ ਉਸ ਦੁਚਿੱਤੀ ਭਰੀ ਸਥਿਤੀ ਤੇ ਉਹਦੇ ਪ੍ਰੇਮੀ ਨੂੰ ਸਵੀਕਾਰ ਕਰ ਲਵਾਂ। ਕਾਰਨ ਜੋ ਵੀ ਰਿਹਾ ਹੋਵੇ, ਟੈਕਸੀ ਤੋਂ ਉਤਰਨ ਦੇ 2 ਮਿੰਟ ਬਾਅਦ ਅਸੀਂ ਕੈਫੇ ਵਿੱਚ ਸੀ। ਜਾਣ ਪਛਾਣ ਹੋਣ ਤੇ ਪਤਾ ਲੱਗਾ ਕਿ ਟੈਕਸੀ ਡਰਾਈਵਰ ਵਾਰ ਦੇ ਜ਼ਮਾਨੇ 'ਚ ਰੂਸੀ ਫੌਜ 'ਚ ਕਰਨਲ ਸੀ। ਅਸੀਂ ਅੰਦਰ ਜਾ ਕੇ ਬੈਠ ਗਏ। ਵਲੇਰੀਆ ਨੇ ਆਪਣੇ ਪੀਣ ਲਈ ਕੁਝ ਆਰਡਰ ਕੀਤਾ। ਕਰਨਲ ਸਾਹਿਬ ਨੇ ਸ਼ਰਾਬ ਮੰਗਵਾਈ। ਮੈਂ ਵਿਸਕੀ ਦੇ ਡਬਲ ਪੈਗ ਦਾ ਆਰਡਰ ਦੇ ਕੇ ਚੁੱਪ ਹੋ ਗਿਆ। ਡਰਿੰਕਸ ਆਉਣ ਤੋਂ ਬਾਅਦ ਵਲੇਰੀਆ ਨੇ ਗੱਲਬਾਤ ਸ਼ੁਰੂ ਕੀਤੀ। ਇਸ ਗੱਲਬਾਤ ਵਿੱਚ ਮੈਂ ਕੋਈ ਖਾਸ ਹਿੱਸਾ ਨਾ ਲਿਆ, ਸਗੋਂ ਕਦੀ-ਕਦੀ ਹਾਂ ਹੂੰ ਕੀਤੀ। ਕਰਨਲ ਸਾਹਿਬ ਵਲੇਰੀਆ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਵਿੱਚ ਜੀ ਜਾਨ ਨਾਲ ਜੁਟੇ ਹੋਏ ਉਹਦੇ ਇੱਕ ਸ਼ਬਦ ਨੂੰ ਬੜੇ ਧਿਆਨ ਨਾਲ ਸੁਣ ਰਹੇ ਸਨ। ਜਦੋਂ ਉਹਨਾਂ ਦੋਹਾਂ ਦਾ ਇਹ ਨਾਟਕ ਮੇਰੇ ਲਈ ਅਸਹਿਣਯੋਗ ਹੋ ਗਿਆ ਤਾਂ ਮੈਂ ਸੁਝਾਅ ਦਿੱਤਾ ਵੀ ਵਲੇਰੀਆ ਨੂੰ ਘਰ ਚੱਲ ਕੇ ਆਪਣਾ ਸਾਰਾ ਸਮਾਨ ਪੈਕ ਕਰ ਲੈਣਾ ਚਾਹੀਦਾ ਹੈ। ਇੱਕ ਫਰਮਾ ਬਰਦਾਰ ਆਸ਼ਿਕ ਵਾਂਗ ਕਰਨਲ ਸਾਹਿਬ ਮੇਰੇ ਵੱਲ ਭੇਤ ਭਰੀ ਮੁਸਕਰਾਹਟ ਸੁੱਟ ਕੇ ਮੁੱਛਾਂ ਹਿਲਾਉਂਦੇ ਹੋਏ ਬੋਲੇ, ਮੇਰਾ ਖਿਆਲ ਹੈ ਕਿ ਅਸੀਂ ਆਪਣੀ ਗੱਡੀ 'ਚ ਚੱਲੀਏ ਤਾਂ ਕਿਵੇਂ ਰਹੇ? ਮੈਂ ਗਰੀਬ ਕੀ ਕਹਿੰਦਾ। ਕਮਰੇ 'ਚ ਪਹੁੰਚਣ ਮਗਰੋਂ ਵਲੇਰੀਆ ਨੇ ਅੰਦਰ ਜਾਂਦੇ ਹੀ ਆਪਣਾ ਸਮਾਨ ਪੈਕ ਕਰਨਾ ਸ਼ੁਰੂ ਕੀਤਾ। ਮੈਂ ਸੋਚ ਰਿਹਾ ਸੀ ਜੇਕਰ ਇਸੇ ਵੇਲੇ ਕਿਤੇੋਂ ਪਿਸਤੌਲ ਮਿਲ ਜਾਏ ਤਾਂ ਵਲੇਰੀਆ ਨੂੰ ਸ਼ੂਟ ਕਰਦੇ ਹਾਂ। ਉਂਝ ਸੱਚ ਇਹ ਹੈ ਕਿ ਕਾਲਜ ਵਿੱਚ ਪਿਸਤੌਲ ਚਲਾਉਣੀ ਸਿੱਖਣ ਦੇ ਬਾਵਜੂਦ ਮੇਰੇ ਸਾਹਮਣੇ ਹੁਣ ਤੱਕ ਕਦੀ ਅਜਿਹੀ ਨੌਬਤ ਨਹੀਂ ਆਈ ਸੀ ਕਿ ਮੈਨੂੰ ਸੱਚਮੁੱਚ ਕਦੀ ਗੋਲੀ ਚਲਾਉਣੀ ਪਈ ਹੋਵੇ। ਸਮਾਨ ਬੰਨ੍ਹਦਿਆਂ ਜਦੋਂ ਵਲੇਰੀਆ ਸੂਟਕੇਸ ਬੰਦ ਕਰਨ ਲਈ ਹੇਠਾਂ ਝੁਕੀ ਤਾਂ ਮੇਰੇ ਮਨ 'ਚ ਬੜੀ ਤੇਜ਼ੀ ਨਾਲ ਉਦਲੇ ਢੰਗ ਨਾਲ ਫੈਲੇ ਪਿੱਛੇ 'ਤੇ ਜ਼ੋਰ ਦੀ ਇੱਕ ਲੱਤ ਮਾਰਨ ਦੀ ਇੱਛਾ ਹੋਈ। ਮੈਂ ਖੜ੍ਹਾ ਹੋਣ ਲਈ ਕੁਰਸੀ ਤੋਂ ਹਿੱਲਿਆ ਵੀ, ਪਰ ਤਦੇ ਵਲੇਰੀਆ ਦਾ ਪ੍ਰੇਮੀ ਕਰਨਲ ਬਾਥਰੂਮ 'ਚੋਂ ਕਮਰੇ 'ਚ ਆ ਗਿਆ ਤੇ ਮੈਨੂੰ ਰੁਕਣਾ ਪਿਆ। ਪਤਾ ਨਹੀਂ ਕਿਉਂ ਮੈਂ ਕੋਈ ਵੀ ਅਜਿਹੀ ਹਰਕਤ ਨਹੀਂ ਕਰਨਾ ਚਾਹੁੰਦਾ ਸੀ ਜਿਸ ਨਾਲ ਵਲੇਰੀਆ ਨੂੰ ਇਹ ਲੱਗੇ ਕਿ ਮੇਰੇ ਤੇ ਉਹਦੇ ਜਾਣ ਦੀ ਖਬਰ ਸੁਣ ਕੇ ਥੋੜ੍ਹਾ ਜਿਹਾ ਵੀ ਅਸਰ ਹੋਇਆ। ਦੇਰ ਤੱਕ ਇਸੇ ਤਰ੍ਹਾਂ ਕੁਰਸੀ 'ਤੇ ਬੈਠਾ ਰਿਹਾ। ਫਿਰ ਜਦੋਂ ਖਟਾਕ ਨਾਲ ਦਰਵਾਜ਼ਾ ਬੰਦ ਹੋਣ 'ਤੇ ਗੁਰਰਾ ਕੇ ਗੱਡੀ ਦਾ ਇੰਜਨ ਚੱਲਣ ਦੀ ਆਵਾਜ਼ ਆਈ ਤਾਂ ਮੈਨੂੰ ਅਹਿਸਾਸ ਹੋਇਆ ਕਿ ਵਲੇਰੀਆ ਤੇ ਉਹਦਾ ਪ੍ਰੇਮੀ ਚਲੇ ਗਏ ਹਨ। ਮੇਰੇ ਅੰਦਰ ਗੁੱਸੇ ਦੀ ਇੱਕ ਹੋਰ ਲਹਿਰ ਉੱਠੀ। ਮੈਂ ਅਕਸਰ ਫਿਲਮਾਂ 'ਚ ਹੀਰੋ ਨੂੰ ਅਜਿਹੇ ਮੌਕਿਆਂ 'ਤੇ ਹੀਰੋਇਨ ਦੀ ਮੁਰੰਮਤ ਕਰਦਿਆਂ ਤੇ ਵਿਲਨ ਦੀ ਜਾਨ ਲੈਂਦੇ ਵੇਖਿਆ ਸੀ। ਗੁੱਸੇ ਨਾਲ ਉਬਲਦਾ ਹੋਇਆ ਮੈਂ ਰਸੋਈ 'ਚ ਗਿਆ ਕਿ ਅਜਿਹੀ ਚੀਜ਼ ਲੱਭ ਸਕਾਂ ਜਿਸ ਨਾਲ ਇੱਕ ਹੀ ਵਾਰ 'ਚ ਕਰਨਲ ਦੀ ਖੋਪੜੀ ਖੋਲ੍ਹ ਦਿਆਂ, ਪਰ ਰਸੋਈ 'ਚ ਮੈਨੂੰ ਕੁਝ ਨਾ ਮਿਲਿਆ। ਬਾਹਰ ਆ ਕੇ ਜਦ ਮੈਂ ਗਲੀ 'ਚ ਝਾਕਿਆ, ਸੜਕ ਬਿਲਕੁਲ ਸੁੰਨਸਾਨ ਪਈ ਸੀ। ਦੂਰ ਦੂਰ ਤੱਕ ਵਲੇਰੀਆ, ਕਰਨਲ ਜਾਂ ਟੈਕਸੀ ਦਾ ਕੋਈ ਨਿਸ਼ਾਨ ਨਹੀਂ ਸੀ। ਮੈਂ ਠੰਡਾ ਸਾਹ ਲੈ ਕੇ ਮਨ ਹੀ ਮਨ ਆਪਣੀ ਮਰਦਾਨਗੀ ਦਿਖਾਉਣ ਦਾ ਅਜਿਹਾ ਸ਼ਾਨਦਾਰ ਮੌਕਾ ਹੱਥੋਂ ਗੁਆਉਣ 'ਤੇ ਪਛਤਾਉਂਦਾ ਹੋਇਆ ਸੋਫੇ ਵਿੱਚ ਧੱਸ ਗਿਆ। ਅੰਗ 5ਵਾਂ। ਫਿਰ ਦੂਜਾ ਵਿਸ਼ਵ ਯੁੱਧ ਸ਼ੁਰੂ ਹੋ ਗਿਆ। 1 ਸਾਲ ਤੱਕ ਪੁਰਤਗਾਲ ਤੇ ਹੋਰ ਕੁਝ ਦਿਨਾਂ ਤੱਕ ਪੂਰਬੀ ਯੂਰਪ ਵਿੱਚ ਭਟਕਣ ਦੇ ਬਾਅਦ ਮੈਂ ਆਖਰ ਅਮਰੀਕਾ ਪਹੁੰਚ ਹੀ ਗਿਆ। ਉੱਥੇ ਪਹੁੰਚ ਕੇ ਨਿਊਯਾਰਕ ਵਿੱਚ ਆਪਣੇ ਚਾਚੇ ਦਾ ਧੰਦਾ ਦੇਖਣ ਭਾਲਣ ਦੀ ਕੋਸ਼ਿਸ਼ ਕੀਤੀ, ਪਰ ਧੰਦੇ 'ਚ ਕੁਝ ਜ਼ਿਆਦਾ ਕੰਮ ਨਹੀਂ ਸੀ। ਇਨ੍ਹੀਂ ਦਿਨੀਂ ਨਿਊਯਾਰਕ ਦੀ ਇੱਕ ਯੂਨੀਵਰਸਿਟੀ ਨੇ ਮੈਨੂੰ ਫ੍ਰੈਂਚ ਤੇ ਅੰਗਰੇਜ਼ੀ ਸਾਹਿਤ ਦੇ ਤੁਲਨਾਤਮਕ ਇਤਿਹਾਸ ਦਾ ਕੰਮ ਅੱਗੇ ਵਧਾਉਣ ਲਈ ਪ੍ਰੇਰਿਤ ਕੀਤਾ। ਪੈਰਿਸ ਵਿੱਚ ਇਸ ਤੁਲਨਾਤਮਕ ਇਤਿਹਾਸ 'ਤੇ ਜੋ ਕੁਝ ਕੰਮ ਹੋਇਆ ਸੀ ਉਹਨੂੰ ਹਾਲੇ ਤੱਕ ਲੜੀਬੱਧ ਰੂਪ ਨਾਲ ਛਪਵਾਇਆ ਨਹੀਂ ਜਾ ਸਕਿਆ। ਮੈਂ ਯੂਨੀਵਰਸਿਟੀ ਦਾ ਸੁਝਾਅ ਸਹਿਜੇ ਹੀ ਸਵੀਕਾਰ ਕਰ ਲਿਆ। ਇਸ ਤੁਲਨਾਤਮਕ ਇਤਿਹਾਸ ਦਾ ਪਹਿਲਾ ਭਾਗ ਤਿਆਰ ਹੁੰਦਿਆਂ 1-2 ਸਾਲ ਹੋਰ ਬੀਤ ਗਏ। ਇਹਨਾਂ 1-2 ਸਾਲਾਂ 'ਚ ਮੈਂ ਰੋਜ਼ਾਨਾ ਲਗਭਗ 14-15 ਘੰਟੇ ਕੰਮ ਕਰਦਾ। ਮੇਰਾ ਰੋਜ਼ਾਨਾ ਦਾ ਕੰਮਕਾਰ 2 ਹਿੱਸਿਆਂ 'ਚ ਵੰਡਿਆ ਗਿਆ ਸੀ। ਇੱਕ ਹਿੱਸਾ ਧੁੱਪ ਵਿੱਚ ਜਗਮਗਾਉਂਦੀਆਂ ਲਾਇਬ੍ਰੇਰੀਆਂ, ਗ੍ਰੰਥਾਂ, ਵਿਦਵਤਾਪੂਰਨ ਵਾਦ ਵਿਵਾਦਾਂ 'ਚ ਘਿਰਿਆ ਸੀ ਤੇ ਦੂਜਾ ਰਹਿ ਕੇ ਗੋਡਿਆਂ ਦੇ ਉੱਪਰ ਰੀਂਗਦੀਆਂ ਹੋਈਆਂ ਦੁਬਲੀਆਂ ਪਤਲੀਆਂ ਲੜਕੀਆਂ ਦੇ ਫੜਫੜਾਉਂਦੇ ਫਰਾਕ ਉਲਟ ਕੇ ਜੰਗਾਂ ਤੇ ਜੰਗਲਾਂ ਦੇ ਕੰਬਦੀ ਪਿਆਸ ਨਾਲ ਢਕਿਆ ਹੋਇਆ ਸੀ। ਹੁਣ ਤੱਕ ਮੇਰੇ ਚਾਚੇ ਦਾ ਵਪਾਰ ਇਸ ਹੱਦ ਤੱਕ ਸੰਭਲ ਗਿਆ ਸੀ ਕਿ ਮੈਨੂੰ ਸਿਵਾਏ ਕੁਝ ਜ਼ਰੂਰੀ ਕਾਗਜ਼ਾਂ 'ਤੇ ਦਸਖਤ ਕਰਨ ਤੇ ਰਿਪੋਰਟ ਪੜ੍ਹਨ ਦੇ ਕੁਝ ਨਾ ਕਰਨਾ ਪੈਂਦਾ। ਤੁਲਨਾਤਮਕ ਇਤਿਹਾਸ ਦਾ ਪਹਿਲਾ ਹਿੱਸਾ ਪ੍ਰੈਸ ਵਿੱਚ ਚਲਾ ਗਿਆ ਸੀ। ਇਨ੍ਹੀਂ ਦਿਨੀਂ ਮੇਰੇ ਚਾਚਾ ਦੀ ਫਰਮ ਦਾ ਇੱਕ ਸਾਬਕਾ ਅਧਿਕਾਰੀ ਮੈਨੂੰ ਮਿਲਣ ਆਇਆ। ਬੁੱਢੇ ਦੀ ਗੱਲ ਤੋਂ ਲੱਗਦਾ ਸੀ ਕਿ ਉਹ ਚਾਚੇ ਦਾ ਖਾਸ ਲੰਗੋਟੀਆ ਹੀ ਯਾਰ ਰਿਹਾ ਹੋਵੇਗਾ। ਮੈਨੂੰ ਇੱਦਾਂ ਇਕੱਲਾ ਤੇ ਮਿਹਨਤੀ ਜੀਵਨ ਬਿਤਾਉਂਦੇ ਦੇਖ ਕੇ ਉਹਨੇ ਸੁਝਾਅ ਰੱਖਿਆ ਕਿ ਮੈਂ ਰੇਮਸਡੇਲ ਵਿੱਚ ਛੁੱਟੀਆਂ ਬਿਤਾਉਣ ਚਲਾ ਜਾਵਾਂ। ਉੱਥੇ ਇਸ ਬੁੱਢੇ ਦਾ ਕੋਈ ਭਾਈ ਭਤੀਜਾ ਰਹਿੰਦਾ ਸੀ ਜੋ ਆਸਾਨੀ ਨਾਲ ਮੇਰੀ
ਦੇਖਭਾਲ ਕਰ ਸਕਦਾ ਸੀ। ਮੈਂ ਅਕਸਰ ਕਿਸੇ ਦਾ ਅਹਿਸਾਨ ਨਹੀਂ ਲੈਂਦਾ, ਪਰ ਜਦੋਂ ਇਸ ਬੁੱਢੇ ਅਧਿਕਾਰੀ ਨੇ ਬਾਰ-ਬਾਰ ਮੇਰੇ ਸਵਰਗਵਾਸੀ ਚਾਚੇ ਦਾ ਹਵਾਲਾ ਦਿੰਦੇ ਹੋਏ ਰੇਮਸਡੇਲ ਵਿੱਚ ਛੁੱਟੀਆਂ ਮਨਾਉਣ 'ਤੇ ਜ਼ੋਰ ਦਿੱਤਾ ਤਾਂ ਮੈਂ ਹਾਂ ਕਰ ਦਿੱਤੀ। ਫਿਰ ਬੁੱਢੇ ਨੇ ਦੱਸਿਆ ਕਿ ਉਹਦੇ ਭਤੀਜੇ ਮੈਕੂ ਦੇ ਕੋਲ ਇੱਕ ਚੰਗਾ ਭਲਾ ਮਕਾਨ ਸੀ ਤੇ ਹਾਲ ਵਿੱਚ ਹੀ ਮੈਕੂ ਦੀ ਬੁੱਢੀ ਚਾਚੀ ਦੇ ਮਰ ਜਾਣ 'ਤੇ ਉੱਪਰ ਦਾ ਹਿੱਸਾ ਬਿਲਕੁਲ ਖਾਲੀ ਪਿਆ ਸੀ। ਮੈਕੂ ਦੀਆਂ 2 ਕੁੜੀਆਂ ਸਨ, ਇੱਕ 4-5 ਸਾਲ ਦੀ ਤੇ ਦੂਜੀ ਕੋਈ 12-13 ਸਾਲ ਦੀ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਹੁਣ ਇਸ ਸੱਦੇ ਨੂੰ ਨਾ ਮਨਜ਼ੂਰ ਕਰਨਾ ਮੇਰੇ ਲਈ ਕਿੰਨਾ ਔਖਾ ਸੀ। ਮੈਂ ਬੁੱਢੇ ਤੋਂ ਪਤਾ ਲੈ ਕੇ ਮਿਸਟਰ ਮੈਕੂ ਨੂੰ ਖਤ ਲਿਖਿਆ ਤੇ ਤਾਰੀਖ ਤੈਅ ਕਰਨ ਬਾਅਦ ਰੇਮਸਡੇਲ ਦੇ ਲਈ ਰਵਾਨਾ ਹੋ ਗਿਆ। ਸਫ਼ਰ ਰਤਾ ਵੀ ਆਰਾਮਦੇਹ ਨਹੀਂ ਸੀ, ਪਰ ਸਾਰੇ ਰਸਤੇ ਮੈਕੂ ਦੀ ਲੜਕੀ ਦੇ ਬਾਰੇ ਸੋਚਦੇ ਮੈਂ ਆਪਣੇ ਸੁਪਨਿਆਂ 'ਚ ਇੰਨਾ ਗੁਆਚਿਆ ਰਿਹਾ ਕਿ ਖਾਸ ਦਿੱਕਤ ਵੀ ਮਹਿਸੂਸ ਨਾ ਹੋਈ। ਤੇ ਜਦੋਂ ਮੈਂ ਰੇਮਸਡੇਲ ਸਟੇਸ਼ਨ 'ਤੇ ਉਤਰਿਆ ਤਾਂ ਮੇਰੇ ਹੱਥਾਂ 'ਚ ਇੱਕ ਚਮਕਦਾਰ ਨਵਾਂ ਬੈਗ ਤੇ ਬੁੱਲ੍ਹਾਂ 'ਤੇ ਉਤਸ਼ਾਹਪੂਰਨ ਮੁਸਕਰਾਹਟ ਸੀ। ਗੱਡੀ ਤੋਂ ਉਤਰ ਕੇ ਇੱਕ ਪਾਸੇ ਖੜਾ ਹੋ ਕੇ ਮੈਂ ਉਡੀਕ ਕਰਨ ਲੱਗਾ। ਮੇਰਾ ਖਿਆਲ ਸੀ ਮਿਸਟਰ ਮੈਕੂ ਜਾਂ ਤਾਂ ਮੈਨੂੰ ਲੈਣ ਆਉਣਗੇ ਜਾਂ ਕਿਸੇ ਨੂੰ ਭੇਜ ਦੇਣਗੇ, ਪਰ ਕਾਫੀ ਦੇਰ ਉਡੀਕ ਕਰਨ ਮਗਰੋਂ ਜਦੋਂ ਸਾਰੀਆਂ ਸਵਾਰੀਆਂ ਇੱਕ-ਇੱਕ ਕਰਕੇ ਬਾਹਰ ਚਲੀਆਂ ਗਈਆਂ ਤੇ ਮੈਂ ਪਲੇਟਫਾਰਮ 'ਤੇ ਇਕੱਲਾ ਰਹਿ ਗਿਆ ਤਾਂ ਮੈਨੂੰ ਪਹਿਲੀ ਵਾਰ ਇਸ ਗੱਲ ਦਾ ਖਤਰਾ ਹੋਇਆ ਕਿ ਸ਼ਾਇਦ ਮਿਸਟਰ ਮੈਕੂ ਮੈਨੂੰ ਲੈਣ ਲਈ ਆਉਣਾ ਭੁੱਲ ਗਏ ਹੈ। ਮੈਂ ਸਟੇਸ਼ਨ ਮਾਸਟਰ ਤੋਂ ਮੈਕੂ ਦਾ ਫ਼ੋਨ ਨੰਬਰ ਪਤਾ ਕਰਨ ਲਈ ਕਹਿਣ ਦੀ ਸੋਚ ਹੀ ਰਿਹਾ ਸੀ ਕਿ ਮੈਲੇ ਕੱਪੜੇ ਪਾਈ ਇੱਕ ਔਸਤ ਕੱਦ ਦਾ ਆਦਮੀ ਘਬਰਾਇਆ ਜਿਹਾ ਮੇਰੇ ਕੋਲ ਆਇਆ ਤੇ ਆਪਣਾ ਚਸ਼ਮਾ ਠੀਕ ਕਰਦਾ ਹੋਇਆ ਬੜੀ ਤਰਸਯੋਗ ਆਵਾਜ਼ 'ਚ ਬੋਲਿਆ, ਕੀ ਨਿਊਯਾਰਕ ਤੋਂ ਆਉਣ ਵਾਲੀ ਟ੍ਰੇਨ ਆ ਗਈ? ਮੈਂ ਇੱਕ ਵਾਰੀ ਉਹਨੂੰ ਉੱਪਰ ਤੋਂ ਹੇਠਾਂ ਤੱਕ ਦੇਖਿਆ। ਉਹ ਇੰਨਾ ਹੜਬੜਾਇਆ ਹੋਇਆ ਸੀ ਕਿ ਠੀਕ ਤਰ੍ਹਾਂ ਗੱਲ ਵੀ ਨਹੀਂ ਕਰ ਰਿਹਾ ਸੀ। ਜੀ ਹਾਂ, ਮੈਂ ਜਵਾਬ ਦਿੱਤਾ। ਮੈਂ ਲੇਟ ਹੋ ਗਿਆ, ਉਹ ਕਹਿੰਦਾ ਹੋਇਆ ਉਹ ਸਟੇਸ਼ਨ ਮਾਸਟਰ ਦੇ ਦਫ਼ਤਰ ਵੱਲ ਗਿਆ। ਅੰਦਰ ਉਹਦੀ ਸਟੇਸ਼ਨ ਮਾਸਟਰ ਨਾਲ ਹੋਈ ਗੱਲਬਾਤ ਨੂੰ ਦਰਵਾਜ਼ੇ ਦੇ ਬਾਹਰ ਖੜਾ ਸੁਣ ਕੇ ਮੈਂ ਸਮਝ ਗਿਆ ਕਿ ਇਹੋ ਹੀ ਆਦਮੀ ਮੈਕੂ ਹੈ ਤੇ ਮੈਨੂੰ ਲੱਭ ਰਿਹਾ। ਹੁਣ ਜਿਉਂ ਹੀ ਉਹ ਸਟੇਸ਼ਨ ਮਾਸਟਰ ਦੇ ਦਫ਼ਤਰ 'ਚੋਂ ਬਾਹਰ ਨਿਕਲਿਆ, ਮੈਂ ਆਪਣਾ ਹੱਥ ਉਹਦੇ ਮੋਢਿਆਂ 'ਤੇ ਰੱਖ ਕੇ ਬੇਹੱਦ ਸਾਊ ਬਣਦੇ ਹੋਏ ਕਿਹਾ, ਤੁਸੀਂ ਸ਼ਾਇਦ ਮੈਨੂੰ ਲੱਭ ਰਹੇ ਹੋ। ਮੈਂ ਹੀ ਹੰਬਰਟ ਹਾਂ, ਅੱਜ ਹੀ ਨਿਊਯਾਰਕ ਤੋਂ ਆਇਆ। ਓਹ, ਮੈਕੂ ਨੇ ਆਪਣੇ ਮੈਲੇ ਪੰਜਿਆਂ 'ਚ ਮੇਰਾ ਹੱਥ ਘੁੱਟਦੇ ਹੋਏ ਮੁਸਕਰਾਉਣ ਦੀ ਕੋਸ਼ਿਸ਼ ਕੀਤੀ ਤੇ ਛੇਤੀ ਦੱਸਣ ਲੱਗਾ ਕਿ ਇੱਕ ਦੁਰਘਟਨਾ ਦੇ ਕਾਰਨ ਉਹਨੂੰ ਦੇਰ ਹੋ ਗਈ। ਦਰਅਸਲ ਬਿਜਲੀ ਦਾ ਸ਼ਾਰਟ ਸਰਕਿਟ ਹੋ ਜਾਣ ਨਾਲ ਪਿਛਲੀ ਰਾਤ ਉਹਦਾ ਮਕਾਨ ਸੜ ਗਿਆ ਸੀ। ਆਪਣੀ ਬੀਵੀ ਬੱਚਿਆਂ ਨੂੰ ਰਿਸ਼ਤੇਦਾਰ ਦੇ ਕੋਲ ਭੇਜ ਕੇ ਉਹ ਕੱਲ੍ਹ ਤੋਂ ਇਸੇ ਫਿਕਰ 'ਚ ਮਰਿਆ ਜਾ ਰਿਹਾ ਸੀ ਕਿ ਮੈਨੂੰ ਕੀ ਮੂੰਹ ਦਿਖਾਏਗਾ। ਮੈਂ ਉਹਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਮੇਰੀ ਗੱਲ ਸੁਣਨ ਤੋਂ ਕਿਤੇ ਜ਼ਿਆਦਾ ਆਪਣੀ ਕਹਿਣ ਦੇ ਮੂਡ 'ਚ ਸੀ। ਇਸੇ ਲਈ ਉਸੇ ਤਰ੍ਹਾਂ ਤੇਜ਼ ਆਵਾਜ਼ 'ਚ ਹਫਦੇ ਹੋਏ ਬੋਲਿਆ, ਖੈਰ ਤੁਸੀਂ ਮੇਰਾ ਮਕਾਨ ਸੜ ਜਾਣ ਦੀ ਬਿਲਕੁਲ ਫਿਕਰ ਨਾ ਕਰੋ। ਮੈਂ ਗੁਆਂਢ 'ਚ ਹੀ ਰਹਿਣ ਵਾਲੀ ਇੱਕ ਹੋਰ ਔਰਤ ਨੂੰ ਇਸ ਗੱਲ ਲਈ ਤਿਆਰ ਕਰ ਲਿਆ ਕਿ ਉਹ ਤੁਹਾਨੂੰ ਕੁਝ ਦਿਨਾਂ ਲਈ ਆਪਣੇ ਘਰ ਰਹਿਣ ਦੇਵੇ। ਉੱਥੇ ਸ਼ਾਇਦ ਥੋੜ੍ਹਾ ਜਿਹਾ ਖਰਚ ਤਾਂ ਜ਼ਰੂਰ ਹੋਏਗਾ, ਪਰ ਤੁਸੀਂ ਉਹਦੀ ਫਿਕਰ ਵੀ ਨਾ ਕਰੋ। ਮੈਨੂੰ ਗੁੱਸਾ ਵੀ ਆ ਰਿਹਾ ਸੀ, ਨਾਲ ਹੀ ਨਾਲ ਹਮਦਰਦੀ ਵੀ ਹੋ ਰਹੀ ਸੀ। ਉਹਦੀ ਮਾਨਸਿਕ ਤੇ ਸਰੀਰਕ ਹਾਲਤ ਦੇਖਦੇ ਹੋਏ ਮੈਂ ਇਹੀ ਠੀਕ ਸਮਝਿਆ ਕਿ ਉਹ ਆਪਣੇ ਮਕਾਨ ਨੂੰ ਠੀਕ ਕਰਨ 'ਚ ਜੁਟ ਜਾਏ ਤੇ ਮੈਨੂੰ ਇਸ ਗੁਆਂਢਣ ਦਾ ਪਤਾ ਦੇ ਦੇਵੇ। ਮੈਕੂ ਪਤਾ ਦੱਸਦਾ ਹੋਇਆ ਬੋਲਿਆ, ਪਤਾ ਹੈ 342 ਲਾਂਸ ਸਟਰੀਟ। ਤੁਸੀਂ ਬਿਲਕੁਲ ਫਿਕਰ ਨਾ ਕਰੋ, ਮੈਂ ਲਾਂਸ ਸਟਰੀਟ ਵਿੱਚ ਹੀ ਰਹਿਣ ਵਾਲੇ ਆਪਣੇ ਇੱਕ ਹੋਰ ਦੋਸਤ ਤੋਂ ਗੱਡੀ ਮੰਗ ਕੇ ਲਿਆਇਆ। ਸ਼ੋਫਰ ਤੁਹਾਨੂੰ ਲਾਂਸ ਸਟਰੀਟ ਪਹੁੰਚਾ ਦੇਗਾ। ਮੈਂ ਲਾਂਸ ਸਟਰੀਟ ਜਾਣ ਦੇ ਮੂਡ 'ਚ ਬਿਲਕੁਲ ਨਹੀਂ ਸੀ, ਸਗੋਂ ਉਸੇ ਵੇਲੇ ਅਗਲੀ ਗੱਡੀ ਰਾਹੀਂ ਨਿਊਯਾਰਕ ਵਾਪਸ ਜਾਣਾ ਚਾਹੁੰਦਾ ਸੀ, ਪਰ ਸ਼ਿਸ਼ਟਾਚਾਰ ਦਾ ਤਕਾਜ਼ਾ ਸੀ ਕਿ ਮੈਕੂ ਦੀ ਗੱਲ ਮੰਨ ਲਵਾਂ। ਆਖਰ ਮੈਂ ਮਨ ਹੀ ਮਨ ਫੈਸਲਾ ਕੀਤਾ ਕਿ ਮੈਕੂ ਤੋਂ ਪਿੱਛਾ ਛੁਡਾ ਕੇ ਲਾਂਸ ਸਟਰੀਟ ਜਾਵਾਂਗਾ। ਉੱਥੇ ਉਸ ਔਰਤ ਦਾ ਧੰਨਵਾਦ ਕਰਨ ਮਗਰੋਂ ਨਿਊਯਾਰਕ ਲਈ ਅਗਲੀ ਗੱਡੀ ਫੜ ਲਵਾਂਗਾ। ਇਹ ਸੋਚ ਕੇ ਮੈਂ ਮੈਕੂ ਦੇ ਨਾਲ ਪਲੇਟਫਾਰਮ ਤੋਂ ਬਾਹਰ ਆ ਗਿਆ। ਮੈਕੂ ਨੇ ਇਸ਼ਾਰਾ ਕੀਤਾ, ਇੱਕ ਸ਼ਾਨਦਾਰ ਗੱਡੀ ਸਾਡੇ ਸਾਹਮਣੇ ਆ ਕੇ ਖੜੀ ਹੋ ਗਈ। ਸ਼ੋਫਰ ਨੇ ਸਲਾਮ ਕਰਕੇ ਮੇਰਾ ਬੈਗ ਫੜਿਆ ਤੇ ਵੀਲ 'ਤੇ ਜਾ ਬੈਠਾ ਤੇ ਗੱਡੀ 'ਚ ਬੈਠਦੀ ਮੈਂ ਛੇਤੀ ਨਾਲ ਦਰਵਾਜ਼ਾ ਬੰਦ ਕਰਕੇ ਖਿੜਕੀ 'ਚੋਂ ਹੱਥ ਹਿਲਾਉਂਦੇ ਹੋਏ ਮੈਕੂ ਤੋਂ ਵਿਦਾ ਲਈ ਤੇ ਸੀਟ 'ਤੇ ਸਿਰ ਟਿਕਾ ਕੇ ਸ਼ੋਫਰ ਨੂੰ ਚੱਲਣ ਦਾ ਹੁਕਮ ਦਿੱਤਾ। ਅੰਗ 6ਵਾਂ। ਲਾਂਸ ਸਟਰੀਟ ਵਿੱਚ ਘੁੰਮਦਿਆਂ ਹੀ ਡਰਾਈਵਰ ਨੇ ਹੱਥ ਦੇ ਇਸ਼ਾਰੇ ਨਾਲ ਮੈਨੂੰ 342 ਨੰਬਰ ਮਕਾਨ ਵੱਲ ਦੇਖਣ ਲਈ ਕਿਹਾ। ਮੈਂ ਦੇਖਿਆ, ਪੁਰਾਣੇ ਢੰਗ ਦਾ, ਨਾ ਬਹੁਤਾ ਘਟੀਆ ਨਾ ਬਹੁਤਾ ਵਧੀਆ ਕਿਸਮ ਦਾ ਇੱਕ ਮਕਾਨ ਸੀ। ਮੈਂ ਸੋਚ ਹੀ ਰਿਹਾ ਸੀ ਕਿ ਉਸ ਮਕਾਨ ਦੇ ਗੁਸਲਖਾਨੇ 'ਚ ਨਹਾਉਣ ਲਈ ਟੱਬ ਹੋਣਗੇ ਜਾਂ ਨਹੀਂ। ਉਸੇ ਵੇਲੇ ਕਾਰ ਮਕਾਨ ਦੇ ਪਿਛਲੇ ਦਰਵਾਜ਼ੇ ਦੇ ਕੋਲ ਜਾ ਰੁਕੀ। ਉਤਰਨ ਤੋਂ ਪਹਿਲਾਂ ਮੈਂ ਸ਼ੋਫਰ ਦੇ ਹੱਥਾਂ 'ਚ $5 ਦੀ ਇੱਕ ਟਿਪ ਫੜਾਈ। ਮੇਰਾ ਖਿਆਲ ਸੀ ਟਿਪ ਮਿਲਦਿਆਂ ਹੀ ਗਲੀ ਤੋਂ ਬਾਹਰ ਚਲਾ ਜਾਏਗਾ ਤੇ ਮੈਂ ਮਕਾਨ 'ਚ ਕਿਸੇ ਨੂੰ ਮਿਲਣ ਦੀ ਤਕਲੀਫ ਕੀਤੇ ਬਿਨਾਂ ਹੀ ਚੁੱਪਚਾਪ ਸਟੇਸ਼ਨ ਜਾ ਕੇ ਨਿਊਯਾਰਕ ਦਾ ਰਾਹ ਫੜਾਂਗਾ।
ਪਰ ਡਰਾਈਵਰ ਟਿਪ ਜੇਬ 'ਚ ਪਾ ਕੇ ਮੇਰਾ ਬੈਗ ਥੱਲੇ ਉਤਾਰਨ ਤੋਂ ਬਾਅਦ 342 ਨੰਬਰ ਤੋਂ ਥੋੜ੍ਹੀ ਦੂਰ ਜਾ ਕੇ ਖੜ੍ਹਾ ਹੋ ਗਿਆ। ਮੈਨੂੰ ਕੀ ਪਤਾ ਸੀ ਕਿ ਗੱਡੀ ਇਸੇ ਗਲੀ 'ਚ ਇੰਨੇ ਨਜ਼ਦੀਕ ਰਹਿਣ ਵਾਲੇ ਗੁਆਂਢੀਆਂ ਦੀ ਹੈ। ਹੁਣ ਮੇਰੇ ਲਈ ਘੰਟੀ ਵਜਾਉਣ ਤੋਂ ਇਲਾਵਾ ਕੋਈ ਚਾਰਾ ਨਹੀਂ ਰਹਿ ਗਿਆ ਸੀ। ਮੈਂ ਘੰਟੀ ਦਾ ਬਟਨ ਦਬਾਇਆ। ਘੰਟੀ ਦੀ ਆਵਾਜ਼ ਸੁਣਦਿਆਂ ਇੱਕ ਨੀਗਰੋ ਨੌਕਰਾਣੀ ਨੇ ਆ ਕੇ ਦਰਵਾਜ਼ਾ ਖੋਲ੍ਹਿਆ। ਦਰਵਾਜ਼ਾ ਖੋਲ੍ਹ ਕੇ ਹੜਬੜਾਉਂਦੇ ਹੋਏ ਸ਼ਬਦਾਂ 'ਚ ਮੈਨੂੰ ਹਾਲ 'ਚ ਬੈਠਣ ਨੂੰ ਕਹਿ ਕੇ ਉਹ ਕਾਹਲੀ ਅੰਦਰ ਚਲੀ ਗਈ। ਮੈਂ ਡੂੰਘਾ ਸਾਹ ਲੈ ਕੇ ਹਵਾ 'ਚ ਸੁੰਘਣ ਦੀ ਕੋਸ਼ਿਸ਼ ਕੀਤੀ। ਕੁਝ ਪਤਾ ਤਾਂ ਨਾ ਲੱਗਾ, ਪਰ ਨੌਕਰਾਣੀ ਦੇ ਹਾਵ ਭਾਵ ਤੋਂ ਸਪਸ਼ਟ ਸੀ ਕਿ ਦੇਰ ਹੋਣ ਕਰਕੇ ਉਹਨੂੰ ਰਸੋਈ 'ਚ ਕਿਸੇ ਚੀਜ਼ ਦੇ ਸੜ ਜਾਣ ਦਾ ਖਤਰਾ ਹੈ। ਨੌਕਰਾਣੀ ਦੇ ਜਾਂਦਿਆਂ ਹੀ ਮੈਂ ਹਾਲ 'ਚ ਨਜ਼ਰਾਂ ਦੌੜਾਈਆਂ। ਹਾਲ ਦੀਆਂ ਕੰਧਾਂ 'ਤੇ 2-4 ਚਿੱਤਰ ਲਟਕੇ ਹੋਏ ਸਨ। ਸਾਹਮਣੇ ਵੱਡੇ ਫੁੱਲਦਾਨਾਂ ਦੇ ਕੋਲ ਇੱਕ ਪੁਰਾਣਾ ਪਰ ਮਜ਼ਬੂਤ ਸੋਫਾ ਸੈੱਟ, ਹਾਲ ਦੇ ਸਿਰੇ ਦੇ ਉੱਪਰ ਨੂੰ ਜਾਂਦੀਆਂ ਹੋਈਆਂ ਪੌੜੀਆਂ ਦੇ ਨੇੜੇ ਇੱਕ ਪਿਆਨੋ ਪਿਆ ਸੀ। ਜੇਬ 'ਚੋਂ ਰੁਮਾਲ ਕੱਢ ਕੇ ਮੱਥੇ ਦਾ ਪਸੀਨਾ ਪੂੰਝਦੇ ਹੋਏ ਮੈਂ ਸੋਚ ਹੀ ਰਿਹਾ ਸੀ ਕਿ ਕੀ ਕਰਾਂ। ਉਦੋਂ ਹੀ ਪੌੜੀਆਂ ਤੋਂ ਇੱਕ ਔਰਤ ਦੀ ਆਵਾਜ਼ ਕੰਨੀ ਪਈ, ਤਾਂ ਤੁਸੀਂ ਆ ਗਏ? ਮੈਂ ਉੱਪਰ ਵੱਲ ਵੇਖੇ ਬਿਨਾਂ ਹੀ ਸਮਝ ਗਿਆ ਕਿ ਆਵਾਜ਼ ਮਕਾਨ ਦੀ ਮਾਲਕਨ ਮਿਸਿਜ਼ ਹੇਜ਼ ਦੀ ਹੈ। ਉਹ ਛੇਤੀ ਪੌੜੀਆਂ ਉਤਰਦੀ ਹੋਈ ਹੇਠਾਂ ਆਈ ਤੇ ਕੋਲ ਆ ਕੇ ਹੱਥ ਵਧਾਉਂਦੀ ਬੋਲੀ, ਆਓ ਮਿਸਟਰ ਹੰਬਰਟ, ਅੰਦਰ ਆ ਜਾਓ। ਮੈਂ ਆਪਣੀ ਮੇਜ਼ਬਾਨ ਨੂੰ ਇੱਕ ਹੀ ਨਜ਼ਰ 'ਚ ਸਮਝ ਲੈਣ ਦੀ ਕੋਸ਼ਿਸ਼ ਕੀਤੀ। ਮਿਸਿਜ਼ ਹੇਜ਼ ਨੇ ਗੂੜੇ ਲਾਲ ਰੰਗ ਦੇ ਸਲੈਕਸ, ਸੈਂਡਲ ਤੇ ਪੀਲੇ ਰੰਗ ਦਾ ਬਲਾਊਜ਼ ਪਾਇਆ ਹੋਇਆ ਸੀ। ਜਦੋਂ ਮੁਸਕਰਾਉਣ ਦੀ ਕੋਸ਼ਿਸ਼ ਕਰਦੀ ਹੋਈ ਪੌੜੀਆਂ ਤੋਂ ਉਤਰ ਕੇ ਥੱਲੇ ਆ ਗਈ ਸੀ ਤਾਂ ਉਹਦੀਆਂ ਉਂਗਲਾਂ ਵਿੱਚ ਲਾਪਰਵਾਹੀ ਨਾਲ ਫੜੀ ਇੱਕ ਸਿਗਰਟ ਦੀ ਰਾਖ ਝੜ ਕੇ ਥੱਲੇ ਡਿੱਗ ਰਹੀ ਸੀ। ਮਿਸਿਜ਼ ਹੇਜ਼ ਦੀ ਉਮਰ 30 ਦੇ ਆਸ-ਪਾਸ ਲੱਗਦੀ ਸੀ। ਹਾਲ 'ਚ ਪੁੱਜ ਕੇ ਉਹਨਾਂ ਨੇ ਮੈਨੂੰ ਬੈਠਣ ਲਈ ਕਿਹਾ। ਗੱਲਬਾਤ ਸ਼ੁਰੂ ਕਰਨ ਲਈ ਕੋਈ ਢੁਕਵਾਂ ਵਿਸ਼ਾ ਨਾ ਮਿਲਣ ਕਾਰਨ ਮੈਂ ਮੈਕੂ ਪਰਿਵਾਰ ਦੇ ਨਾਲ ਹੋਈ ਦੁਰਘਟਨਾ ਦੇ ਬਾਰੇ ਪੁੱਛਿਆ, ਪਰ ਉਹਨਾਂ ਦੀਆਂ ਗੱਲਾਂ ਤੋਂ ਸਪਸ਼ਟ ਸੀ ਕਿ ਉਹਨਾਂ ਨੂੰ ਇਸ ਦੁਰਘਟਨਾ ਦੇ ਬਾਰੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੈ। ਹੁਣ ਤੱਕ ਮੈਂ 3-4 ਵਾਰ ਮਿਸਿਜ਼ ਹੇਜ਼ ਨੂੰ ਦੇਖ ਲਿਆ ਸੀ। ਉਹ ਬਾਰ-ਬਾਰ ਮੇਰੇ ਵੱਲ ਦੇਖ ਕੇ ਮੁਸਕਰਾਉਣ ਦੀ ਕੋਸ਼ਿਸ਼ ਕਰਦੀ ਹੋਈ ਮੇਜ਼ ਦੇ ਆਲੇ-ਦੁਆਲੇ ਰੱਖੀਆਂ 3-4 ਰਾਖਦਾਨੀਆਂ ਨੂੰ ਇਸਤੇਮਾਲ ਕਰਨ ਦੀ ਕੋਸ਼ਿਸ਼ 'ਚ ਬੜੀ ਅਜੀਬ ਜਿਹੀ ਲੱਗ ਰਹੀ ਸੀ। ਮੈਂ ਸਮਝ ਗਿਆ ਕਿ ਉਹਨਾਂ ਔਰਤਾਂ 'ਚੋਂ ਹੈ ਜੋ ਸਮਾਜਿਕ ਤੌਰ 'ਤੇ ਉੱਪਰੋਂ ਤਾਂ ਸ਼ਿਸ਼ਟਾਚਾਰ ਦਾ ਦਿਖਾਵਾ ਕਰਨਾ ਖੂਬ ਜਾਣਦੀਆਂ, ਪਰ ਅੰਦਰੋਂ ਬਿਲਕੁਲ ਇਹਦੇ ਉਲਟ ਤੇ ਕੁਰਖਤ ਸੁਭਾਅ ਦੀਆਂ ਹੁੰਦੀਆਂ। ਜਿੱਥੇ ਮੈਂ ਬੈਠਾ ਸੀ ਉੱਥੋਂ ਸਾਹਮਣੇ ਇੱਕ ਹੋਰ ਕਮਰਾ ਦਿਸਦਾ ਸੀ। ਮੈਂ ਚੋਰੀ ਛਿਪੇ ਕਮਰੇ ਦਾ ਜਾਇਜ਼ਾ ਲੈਣ ਲਈ ਝੁਕੀਆਂ ਅੱਖਾਂ ਨਾਲ 2-3 ਵਾਰ ਦੇਖਿਆ, ਸਮਝਿਆ ਕਿ ਸਾਹਮਣੇ ਵਾਲਾ ਕਮਰਾ ਵੀ ਸਜਿਆ ਹੋਇਆ ਸੀ, ਪਰ ਅਸਲ 'ਚ ਉੱਥੇ ਵੀ ਫਰਨੀਚਰ ਦੇ ਨਾਂ 'ਤੇ ਇੱਕ ਪਲੰਗ, 2 ਕੁਰਸੀਆਂ, ਇੱਕ ਬਦਰੰਗ ਜਿਹੀ ਮੇਜ਼ ਤੋਂ ਇਲਾਵਾ ਕੁਝ ਨਹੀਂ ਸੀ। ਕਮਰੇ ਦੇ ਫਰਸ਼ 'ਤੇ ਪੁਰਾਣੀਆਂ ਮੈਗਜ਼ੀਨਾਂ ਬੇਤਰਤੀਬ ਖਿਲਰੀਆਂ ਹੋਈਆਂ ਸਨ। ਮਿਸਿਜ਼ ਹੇਜ਼ ਨੂੰ ਮਿਲਣ ਤੇ ਹਾਲ ਦੇ ਨਾਲ ਖੁੱਲ੍ਹਦੇ ਹੋਏ ਇਸ ਬੇਤਰਤੀਬ ਕਮਰੇ ਦੇ ਬਾਅਦ ਮੇਰਾ ਇਹ ਫੈਸਲਾ ਪਹਿਲਾਂ ਤੋਂ ਵੀ ਜ਼ਿਆਦਾ ਪੱਕਾ ਹੋ ਗਿਆ ਕਿ ਮੈਨੂੰ ਕਿਸੇ ਵੀ ਸ਼ਰਤ 'ਤੇ ਇਸ ਫੂਡ ਔਰਤ ਦੇ ਘਰ ਰਹਿ ਕੇ ਆਪਣੀਆਂ ਛੁੱਟੀਆਂ ਬੇਕਾਰ ਨਹੀਂ ਕਰਨੀਆਂ ਚਾਹੀਦੀਆਂ। ਉਸੇ ਵੇਲੇ ਮਿਸਿਜ਼ ਹੇਜ਼ ਨੇ ਸੁਝਾਅ ਰੱਖਿਆ ਕਿ ਮੈਂ ਉਹਨਾਂ ਦੇ ਨਾਲ ਚੱਲ ਕੇ ਮਕਾਨ ਦੇਖ ਲਵਾਂ। ਸ਼ਿਸ਼ਟਾਚਾਰ 'ਚ ਬੱਝਾ ਮੈਂ ਉੱਠ ਕੇ ਖੜ੍ਹਾ ਹੋਇਆ। ਅਸੀਂ ਦੋਵੇਂ ਪੌੜੀਆਂ ਚੜ੍ਹ ਕੇ ਪਹਿਲੀ ਮੰਜ਼ਿਲ 'ਤੇ ਆਏ। ਪੌੜੀਆਂ ਖਤਮ ਹੁੰਦਿਆਂ ਹੀ ਸਭ ਤੋਂ ਪਹਿਲਾਂ 2 ਕਮਰਿਆਂ ਵੱਲ ਇਸ਼ਾਰਾ ਕਰਦੇ ਮਿਸਿਜ਼ ਹੇਜ਼ ਨੇ ਕਿਹਾ, ਇੱਥੇ ਮੈਂ ਤੇ ਲੋ ਰਹਿੰਦੇ ਹਾਂ। ਇਹ ਸੋਚ ਕੇ ਕਿ ਲੋ ਕਿਸੇ ਨੌਕਰਾਣੀ ਦਾ ਨਾਂ ਹੋਏਗਾ, ਮੈਂ ਉਹਨਾਂ ਦੋਵਾਂ ਕਮਰਿਆਂ ਵੱਲ ਜ਼ਿਆਦਾ ਧਿਆਨ ਨਾ ਦਿੱਤਾ। ਇਸ ਲਈ ਲੋ ਦੇ ਕਮਰੇ ਦੇ ਸਾਹਮਣੇ ਲੰਘਦਿਆਂ ਹੋਇਆਂ ਮੇਰੀ ਨਜ਼ਰ ਅੰਦਰ ਪਈ। ਸਾਰੇ ਕਮਰੇ 'ਚ ਖਿਲਰੀਆਂ ਹੋਈਆਂ ਉਲਟ-ਪੁਲਟ ਚੀਜ਼ਾਂ ਦਾ ਢੇਰ ਵੇਖ ਕੇ ਮੇਰਾ ਮਨ ਇੰਨਾ ਝੁੰਝਲਾ ਗਿਆ ਕਿ ਮੈਂ ਮਿਸਿਜ਼ ਹੇਜ਼ ਦੇ ਚੁੰਗਲ ਤੋਂ ਹੋਰ ਵੀ ਛੇਤੀ ਨਿਕਲ ਕੇ ਭੱਜਣ ਲਈ ਛਟਪਟਾਉਣ ਲੱਗਾ। ਸ਼ਾਇਦ ਇਹ ਸੋਚ ਮੇਰੇ ਚਿਹਰੇ 'ਤੇ ਵੀ ਸਪਸ਼ਟ ਤੌਰ 'ਤੇ ਉੱਭਰ ਆਈ। ਤਾਂ ਹੀ ਮਿਸਿਜ਼ ਹੇਜ਼ ਨੇ ਮੇਰੇ ਵੱਲ ਦੇਖਦੇ ਕਿਹਾ ਸੀ, ਮੈਂ ਮਾਫ਼ੀ ਚਾਹੁੰਦੀ ਹਾਂ ਕਿ ਘਰ ਜ਼ਿਆਦਾ ਸਾਫ਼ ਨਹੀਂ, ਆਓ ਥੱਲੇ ਬਾਗ 'ਚ ਚੱਲਦੇ ਹਾਂ। ਮੈਂ ਅਣਮੰਨਿਆ ਜਿਹਾ ਮਿਸਿਜ਼ ਹੇਜ਼ ਦੇ ਪਿੱਛੇ ਹਾਲ ਪਾਰ ਕਰਦਾ ਹੋਇਆ ਬਾਗ ਵੱਲ ਜਾਣ ਲੱਗਾ। ਅਸੀਂ ਰਸੋਈ 'ਚੋਂ ਨਿਕਲ ਕੇ ਵਰਾਂਡੇ 'ਚ ਪੁੱਜੇ ਸੀ ਕਿ ਰਸੋਈ 'ਚੋਂ ਨਿਕਲਦੀ ਹੋਈ ਨੌਕਰਾਣੀ ਨੇ ਬੁੜਬੁੜਾ ਕੇ ਮਿਸਿਜ਼ ਹੇਜ਼ ਨੂੰ ਕੁਝ ਕਿਹਾ। ਉਹ ਸ਼ਾਇਦ ਜਾਣ ਦੀ ਆਗਿਆ ਮੰਗ ਰਹੀ ਸੀ। ਚੰਗੀ ਗੱਲ ਹੈ, ਕੱਲ੍ਹ ਠੀਕ ਸਮੇਂ 'ਤੇ ਆ ਜਾਈਂ, ਕਹਿ ਕੇ ਮਿਸਿਜ਼ ਹੇਜ਼ ਮੈਨੂੰ ਰਸਤਾ ਦਿਖਾਉਂਦੀ ਡਾਇਨਿੰਗ ਰੂਮ 'ਚ ਆ ਗਈ। ਡਾਇਨਿੰਗ ਰੂਮ 'ਚ ਇੱਕ ਸਫੈਦ ਜੁਰਾਬ ਜ਼ਮੀਨ 'ਤੇ ਪਈ ਸੀ। ਬੁੱਲ ਟੁੱਕਦੇ ਹੋਇਆਂ ਮਿਸਿਜ਼ ਹੇਜ਼ ਨੇ ਜੁਰਾਬ ਚੁੱਕੀ ਕੋਨੇ 'ਚ ਸੁੱਟ ਦਿੱਤੀ। ਸ਼ਾਇਦ ਉਹਨਾਂ ਨੂੰ ਘਰ ਦੇ ਖਿਲਾਰੇ 'ਤੇ ਸੱਚਮੁੱਚ ਗੁੱਸਾ ਆ ਰਿਹਾ ਸੀ। ਮੈਂ ਡਾਇਨਿੰਗ ਰੂਮ 'ਚੋਂ ਬਾਹਰ ਨਿਕਲਦਾ ਸੋਚ ਹੀ ਰਿਹਾ ਸੀ ਕਿ ਕਦੋਂ ਮੌਕਾ ਮਿਲੇ, ਕਦੋਂ ਮੈਂ ਆਪਣੀ ਜੇਬ 'ਚੋਂ ਰੇਲਵੇ ਦਾ ਟਾਈਮ ਟੇਬਲ ਕੱਢ ਕੇ ਨਿਊਯਾਰਕ ਨੂੰ ਜਾਣ ਵਾਲੀ ਅਗਲੀ ਗੱਡੀ ਦਾ ਸਮਾਂ ਦੇਖਾਂ ਕਿ ਮਿਸਿਜ਼ ਹੇਜ਼ ਨੇ ਫਿਰ ਉਸੇ ਪਾਸੇ ਉਂਗਲੀਆਂ 'ਚ ਫੜੀ ਸਿਗਰਟ ਨਾਲ ਇਸ਼ਾਰਾ ਕਰਦੇ ਕਿਹਾ, ਇਹ ਸਾਡਾ ਬਾਗ ਹੈ। ਮੈਂ ਸਾਹਮਣੇ ਵੱਲ ਦੇਖਿਆ, ਹੈਰਾਨ ਜਿਹਾ ਰਹਿ ਗਿਆ। ਸਾਹਮਣੇ 13-14 ਵਰ੍ਹਿਆਂ ਦੀ ਇੱਕ ਲੜਕੀ ਸਿਰਫ ਕੱਚੀ ਪਹਿਨੀ, ਛਾਤੀਆਂ 'ਤੇ ਵੱਡੇ ਫੁੱਲਾਂ ਵਾਲਾ ਰੁਮਾਲ ਜਿਹਾ ਬੰਨੀ ਗੋਡਿਆਂ ਭਾਰ ਬੈਠੀ ਸੀ।
ਕਾਲੇ ਚਸ਼ਮੇ ਦੇ ਪਿੱਛੇੋਂ ਸਾਡੇ ਵੱਲ ਝਾਕ ਰਹੀ ਸੀ। ਮੈਨੂੰ ਯਕੀਨ ਨਾ ਹੋਇਆ। ਲੱਗਿਆ ਕਿ ਮੈਂ ਇੱਕਦਮ ਉਛਲ ਕੇ 24 ਸਾਲ ਪਿੱਛੇ ਚਲਾ ਗਿਆ। ਉਹੀ ਦੁਬਲਾ ਪਤਲਾ ਸਰੀਰ ਸੀ, ਉਹੀ ਛੋਟੇ ਛੋਟੇ ਭੂਰੇ ਵਾਲਾਂ ਵਾਲੇ ਸਿਰ ਦੇ ਪਿੱਛੇ ਟਿਕੀ ਹੋਈ ਇੱਕ ਨਾਜ਼ੁਕ ਗੋਰੀ ਬਾਂਹ, ਉਹੀ ਅੱਧ ਪੱਕੀਆਂ ਨਰੰਗੀਆਂ ਵਰਗੀਆਂ ਰੁਮਾਲ ਦੇ ਵਿੱਚ ਸਾਫ਼ ਉੱਠੇ ਛੋਟੇ ਛੋਟੇ ਥੋੜ੍ਹੇ ਕਠੋਰ। ਮੈਨੂੰ ਲੱਗਾ ਕਿਸੇ ਜਾਦੂ ਨਾਲ ਬੱਝਾ ਹੋਇਆ ਉਸੇ ਵੇਲੇ ਸਾਹਮਣੇ ਚਲਾ ਜਾਵਾਂਗਾ ਤੇ ਆਪਣੇ ਬੁੱਲ੍ਹਾਂ ਨਾਲ ਉਹਨਾਂ ਪਿੰਡਲੀਆਂ ਨੂੰ ਸਹਿਲਾਉਂਦਾ ਹੋਇਆ ਫਿਰ ਉਹਨਾਂ ਨੂੰ ਹੀ ਚਿਕਨੀਆਂ ਢਲਾਨਾਂ 'ਚ ਗੁਆਚ ਜਾਣ ਲਈ ਉਤਾਵਲਾ ਹੋ ਕੇ ਲਿਪਟਣ ਲੱਗਾਂਗਾ। ਉਸੇ ਵੇਲੇ ਮਿਸਿਸ ਹੇਜ ਬੋਲੀ, ਓ ਤੁਸੀਂ ਇਸ ਸ਼ਰਾਰਤੀ ਕੁੜੀ ਦੇ ਬਾਰੇ ਸੋਚ ਰਹੇ ਹੋ? ਇਹੋ ਹੀ ਤਾਂ ਮੇਰੀ ਲੋਅ ਏ ਤੇ ਇਹ ਮੇਰਾ ਬਾਗ। ਇਹਨਾਂ ਗੁਲਾਬ ਦੀਆਂ ਕਿਆਰੀਆਂ ਬਾਰੇ ਤੁਹਾਡਾ ਕੀ ਖਿਆਲ ਏ? ਇਹ ਬੂਟਾ ਫਰਾਂਸ ਤੋਂ ਮੰਗਵਾ ਕੇ ਲਗਾਇਆ। ਸੁੰਦਰ, ਬਹੁਤ ਸੁੰਦਰ। ਮੈਂ ਸਿਰਫ ਇੰਨਾ ਹੀ ਕਹਿ ਸਕਿਆ। ਧੰਨਵਾਦ।